श्री वाहिगुरु साहिब जी। श्री वाहिगुरु साहिब जी। श्री नानक पाद पंकज बंदन, पाद पंकज बंदन। सिमरो अंगद दोख निकंदन, अमरदास तुर हृदय आवो, हृदय आवो। रामदास गुण गावो, श्री अर्जुन विघ्न के नाशक, विघ्न के नाशक। हर गोविंद शुभ सुमत प्रकाशक, श्री हर राय नमो कर जोरी, नमो कर जोरी। गौर हर कृष्ण मनाए बेहोरी, तेग बहादुर परम कृपाला, परम कृपाला। श्री गुरु गोबिंद सिंह विशाला, तारो तारा पर पुन पुन सीसा, पुन पुन सीसा। बंदो बार बार जगदीसा, जिसमह अमृत ज्ञान है नानक भगत वैराग। गुरु ग्रंथ साहिब उदद बंदो कर अनुराग। श्री गुरु शब्द कमाए जिना, जीते पंच विकार। तिन संतन का बंदना, सिर चरणन पर तार। एक ओंकार सतगुरु, तेह प्रसाद सच होए। वाहिगुरु जी की फतेह, विघ्न विनाशन सोए। वाहिगुरु जी की फतेह, विघ्न विनाशन सोए। पतित पावन भगत वशल, कृपा निधान रहमतां दे सागर। मेरी पीढ़ी दे मालक साहिब श्री गुरु हरगोबिंद साहिब जियां दे पावन और पवित्र अस्थान दे उपर अपने समय और सुआसा नूं सफल कर रही धन धन साहिब श्री गुरु ग्रंथ साहिब जियां दे चरण तरस रही गुरु रूप गुरु खालसा साध संगत जी। सतगुਰਾਂ ਦੀ अपार किरपा बख्शिश रहमत है, जो सतगुਰਾਂ ने सानू लड़ीवार गुर अध्यास की कथा विचार की बख्शिश की है। हर रोज की मर्यादा अनुसार अमृत वेले सतगुर
ਕਲ ਜੁਗ ਮਹਿ ਕੀਰਤਨ ਪ੍ਰਦਾਨਾ, ਆਸਾ ਜੀ ਦੀ ਲਾਰ ਕੇ ਰਾਗੀ ਸਿੰਘਾਂ ਗੱਲੋਂ ਜਾਪ ਹੋਏ ਨੇ। ਤੇ ਜੋ ਕੀਰਤਨ ਹੁੰਦਾ ਹੈ ਵਿਦਵਾਨਾਂ ਦਾ ਇਹ ਮੰਨਣਾ ਹੈ ਕਿ ਸ਼ਰਾਟੇ ਦੇ ਮੀਂਹ ਵਰਗਾ ਹੁੰਦਾ ਹੈ, ਜੋ ਇੱਕੇ ਦਾਮ ਪੈਂਦਾ ਹੈ ਤੇ ਇੱਕੇ ਦਮ ਰੁਕ ਜਾਂਦਾ ਹੈ। ਜੋ ਸ਼ਰਾਟੇ ਦਾ ਮੀਂਹ ਹੈ ਉਹਦਾ ਪਾਣੀ ਇੱਕੇ ਦਮ ਧਰਤੀ ਦੇ ਉੱਪਰ ਇਕੱਠਾ ਹੁੰਦਾ ਹੈ ਤੇ ਧਰਤੀ ਪਾਣੀ ਪੀ ਜਾਂਦੀ ਹੈ, ਸੋਖ ਜਾਂਦੀ ਹੈ, ਫਿਰ ਸੁੱਕ ਜਾਂਦਾ ਹੈ। ਪਰ ਜੋ ਕਥਾ ਵਿਚਾਰ ਹੈ ਵਿਦਵਾਨਾਂ ਦਾ ਇਹ ਮੰਨਣਾ ਹੈ ਕਿ ਜੋ ਕਥਾ ਹੈ ਨਾ, ਇਹ ਜਿਵੇਂ ਮੀਂਹ ਦੀ ਝੜੀ ਲੱਗ ਜਾਵੇ ਇਸ ਪ੍ਰਕਾਰ ਹੁੰਦੀ ਹੈ। ਜਦੋਂ ਝੜੀ ਲੱਗਦੀ ਹੈ ਧਰਤੀ ਰੱਜ ਜਾਂਦੀ ਹੈ ਅਤੇ ਕੁਝ ਸਮੇਂ ਲਈ ਪਾਣੀ ਉੱਪਰ ਖੜਾ ਵੀ ਰਹਿੰਦਾ ਹੈ, ਕਿਣ-ਮਿਣ ਹੁੰਦੀ ਰਹਿੰਦੀ ਹੈ। ਏਦਾਂ ਹੀ ਸਾਡਾ ਜੋ ਹਿਰਦੇ ਰੂਪੀ ਧਰਤੀ ਹੈ ਉਸ ਦੇ ਉੱਪਰ ਜਦੋਂ ਕਥਾ ਵਿਚਾਰਾਂ ਦੀ ਕਿਣ-ਮਿਣ, ਗੁਰ ਇਤਿਹਾਸ ਦੀ ਕਿਣ-ਮਿਣ ਦੀ ਝੜੀ ਲੱਗਦੀ ਹੈ ਤੇ ਸਫਲਤਾ ਇਹ ਹੈ ਕਿ ਜਿਵੇਂ ਝੜੀ ਦੀ ਬਰਸਾਤ ਹੁੰਦੀ ਹੈ ਤੇ ਧਰਤੀ ਦੇ ਅੰਦਰ ਪਿਆਸ ਬੁਝਾਉਣ ਤੱਕ ਜਾਂਦੀ ਹੈ, ਕਥਾ ਵਿਚਾਰ ਦਾ ਉਹੀ ਲਾਹਾ ਹੈ, ਉਹੀ ਗੁਰਸਿੱਖ ਲੈ ਸਕਦੇ ਨੇ ਜਿਨ੍ਹਾਂ ਦੀ ਹਿਰਦੇ ਰੂਪੀ ਧਰਤੀ ਦੇ ਉੱਪਰ ਇਹ ਕਥਾ ਰੂਪੀ ਬਰਸਾਤ ਹੋਵੇ ਤੇ ਹਿਰਦੇ ਦੀ ਪਿਆਸ ਵੀ ਬੁਝ ਜਾਵੇ ਤੇ ਕੁਝ ਸਮੇਂ ਲਈ ਗੁਰ ਇਤਿਹਾਸ ਹਿਰਦੇ ਉੱਪਰ ਟਿਕਿਆ ਵੀ ਰਹੇ। ਤੇ ਸਤਿਗੁਰਾਂ ਦੀ ਕਿਰਪਾ ਹੈ ਜੋ ਲੜੀਵਾਰ ਗੁਰ ਇਤਿਹਾਸ ਤੋਂ ਅਸੀਂ ਜਾਣੂ ਹੁੰਦੇ ਹਾਂ। ਆਓ ਗੁਰ ਇਤਿਹਾਸ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰਦੇਵ ਸਤਿਗੁਰਾਂ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਦੁਹਰਾਈਏ। ਗੱਜ ਵੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੀ ਜੀਵਨ ਗਾਥਾ ਜੋ ਤੀਸਰੀ ਪੋਥੀ ਦੇ ਅੰਦਰ ਕਵੀ ਸੰਤੋਖ ਸਿੰਘ ਜੀਆਂ ਨੇ ਆਰੰਭ ਕੀਤੀ ਹੈ। ਆਰੰਭਤਾ ਦੇ ਵਿੱਚ ਉਸ ਗੁਰਬਾਣੀ, ਉਸ ਪਰਮੇਸ਼ਰ ਦਾ ਮੰਗਲ ਕਰਦਿਆਂ ਹੋਇਆਂ ਦੱਸਿਆ ਹੈ ਕਿ ਜਿਹੜੀ ਗੁਰਬਾਣੀ ਹੈ ਨਾ, ਇਹ ਕਾਗੋਂ ਹੰਸ ਕਰ ਦਿੰਦੀ ਹੈ। ਸਾਡਾ ਜੋ ਕਾਮਾਂ ਵਰਗਾ ਜੀਵਨ ਹੈ, ਜੋ ਵਿਸ਼ੇ ਵਿਕਾਰਾਂ ਦੀ ਗੰਦਗੀ ਖਾਣ ਗਿੱਝ ਜਾਂਦਾ ਹੈ ਤੇ ਜੋ ਗੁਰਸਿੱਖ ਗੁਰਬਾਣੀ ਦੇ ਲੜ ਲੱਗ ਜਾਂਦੇ ਨੇ, ਗੁਰੂ ਗ੍ਰੰਥ ਸਾਹਿਬ ਜੀਆਂ ਦੇ ਲੜ ਲੱਗ ਜਾਂਦੇ ਨੇ, ਉਹਨਾਂ ਦੇ ਜੀਵਨਾਂ ਨੂੰ ਇਹ ਗੁਰਬਾਣੀ ਹੰਸਾਂ ਵਰਗਾ ਕਰ ਦਿੰਦੀ ਹੈ। ਤੇ ਹੰਸਾਂ ਦੇ ਵਿੱਚ ਖਾਸੀਅਤ ਕੀ ਹੈ? ਦੁੱਧ ਤੇ ਪਾਣੀ ਇਕੱਠਾ ਕਰਦੇ ਹੋ। ਚੁੱਝ ਦੇ ਅੰਦਰ ਐਸੀ ਖਟਿਆਈ ਹੁੰਦੀ ਹੈ ਹੰਸ ਦੇ, ਜਦੋਂ ਆਪਣੀ ਚੁੰਝ ਉਸ ਦੁੱਧ ਅੰਦਰ ਪਾਉਂਦਾ ਹੈ ਤੇ ਦੁੱਧ ਨੂੰ ਫੁੱਟੀਆਂ ਦੇ ਰੂਪ ਵਿੱਚ ਵੱਖਰਾ ਕਰ ਦਿੰਦਾ ਹੈ ਤੇ ਪਾਣੀ ਵੱਖਰਾ ਰਹਿ ਜਾਂਦਾ ਹੈ। ਐਸੀ ਗੁਰਬਾਣੀ ਹੈ ਜੋ ਗੁਰਸਿੱਖ ਗ੍ਰਹਿਣ ਕਰਦੇ ਨੇ, ਪੜ੍ਹਦੇ ਨੇ, ਸੁਣਦੇ ਨੇ। ਉਹਨਾਂ ਦੇ ਜੀਵਨ ਅੰਦਰੋਂ ਜਿਹੜੇ ਵਿਕਾਰ ਨੇ ਉਹ ਪਾਣੀ ਵਾਂਗ ਵੱਖਰੇ ਹੋ ਜਾਂਦੇ ਨੇ। ਜਿਹੜੇ ਸੁੱਖ ਨੇ, ਸ਼ੁਭ ਗੁਣ ਨੇ, ਉਹ ਦੁੱਧ ਦੀਆਂ ਫੁੱਟੀਆਂ ਵਾਂਗ ਵੱਖਰੇ ਨਜ਼ਰ ਆਉਂਦੇ ਨੇ ਤੇ ਉਹਨਾਂ ਫੁੱਟੀਆਂ ਨੂੰ ਸ਼ੁੱਧ ਕਰਕੇ ਗੁਰਮੁਖ ਆਪਣਾ ਜੀਵਨ ਸਫਲ ਕਰਦੇ ਨੇ। ਤੇ ਕਵੀ ਜੀ ਕਹਿੰਦੇ, ਮੈਂ ਐਸੀ ਗੁਰਬਾਣੀ ਤੋਂ ਬਾਹਰਨੇ ਬਲਿਹਾਰਨੇ ਜਾਂਦਾ ਹਾਂ ਜਿਸ ਨੇ ਮੈਨੂੰ ਐਸੀ ਮਤ ਸਮੱਧ ਬਖਸ਼ੀ, ਐਸੀ ਸੋਝੀ ਬਖਸ਼ੀ, ਜੋ ਗੁਰ ਇਤਿਹਾਸ ਸੁਤੇ ਸਿੱਧ ਹੀ ਸਤਿਗੁਰਾਂ ਨੇ ਮੈਥੋਂ ਲਿਖਵਾਇਆ ਹੈ, ਮੇਰੇ ਤੇ ਮਿਹਰ ਕੀਤੀ ਹੈ। ਤੇ ਭਾਈ ਬਾਲਾ ਜੀ ਅਗਲਾ ਇਤਿਹਾਸ ਦੱਸਦੇ ਖਡੂਰ ਸਾਹਿਬ ਦੀ ਧਰਤੀ ਤੇ ਉਚਾਰਨ ਕਰ ਰਹੇ ਨੇ ਕਿ ਜਦੋਂ ਭਾਈ ਮੂਲ ਚੰਦ ਜੋ ਗੁਰੂ ਨਾਨਕ ਦੇਵ ਜੀਆਂ ਦੇ ਸਹੁਰਾ ਨੇ, ਉਹਨਾਂ ਨੂੰ ਪਤਾ ਲੱਗਿਆ ਹੈ
ਕਿ ਗੁਰੂ ਨਾਨਕ ਦੇਵ ਜੀਆਂ ਦੇ 760 ਰੁਪਏ ਜੋ ਬਾਕੀ ਬਚੇ ਨੇ ਉਹ ਹਲੇ ਤੱਕ ਨਵਾਬ ਦੌਲਤ ਖਾਨ ਦੇ ਕੋਲ ਪਏ ਨੇ। ਕਵੀ ਜੀ ਕਹਿੰਦੇ ਲਾਲਚ ਵਸ ਹੋਇਆ ਹੈ ਮੂਲ ਚੰਦ, ਜਾ ਕਰਕੇ ਦੌਲਤ ਖਾਨ ਦੇ ਦਰਬਾਰ ਵਿੱਚ ਪੁਕਾਰ ਕਰ ਦਿੱਤੀ ਹੈ ਕਿ ਹੇ ਰਾਜਨ, ਹੇ ਰਾਜੇ, ਮੇਰਾ ਨਿਆਂ ਕਰੋ, ਮੇਰਾ ਇਨਸਾਫ ਕਰੋ। ਘਰ ਦੇ ਅੰਦਰ ਪੁੱਤਰ ਨੇ, ਘਰ ਵਾਲੀ ਹੈ, ਪਰ ਗੁਰੂ ਨਾਨਕ ਘਰ ਦਾ ਮੋਹ ਤਿਆਗ ਚੁੱਕਾ ਹੈ। ਜਾ ਕੇ ਸ਼ਮਸ਼ਾਨ ਘਾਟਾਂ ਦੇ ਅੰਦਰ ਫਕੀਰਾਂ ਵਾਲਾ ਲਿਬਾਸ ਬਣਾਇਆ ਹੈ ਤੇ ਸਮਾਧੀ ਅੰਦਰ ਰਹਿੰਦਾ ਹੈ। ਘਰ ਦਾ ਗੁਜ਼ਾਰਾ ਬੜਾ ਔਖਾ ਚੱਲਦਾ ਹੈ। ਨਵਾਬ ਦੌਲਤ ਖਾਨ ਨੇ ਪੁੱਛਿਆ ਹੈ ਕਿ ਭਾਈ ਤੂੰ ਕੌਣ ਹੈ, ਕਿਸ ਚੀਜ਼ ਦਾ ਦੁੱਖ ਹੈ, ਕੀ ਇਨਸਾਫ ਚਾਹੀਦਾ ਹੈ? ਕਹਿਣ ਲੱਗਾ, ਹੈ ਰਾਜਨ, ਜੋ ਤੇਰਾ ਮੋਦੀ ਖਾਨੇ ਦਾ ਕਾਰਜ ਚਲਾਉਣ ਵਾਲਾ, ਕੰਮ ਚਲਾਉਣ ਵਾਲਾ ਗੁਰੂ ਨਾਨਕ ਹੈ, ਮੈਂ ਉਹਦਾ ਸਹੁਰਾ ਹਾਂ। ਉਹ ਤਾਂ ਘਰ-ਬਾਰ ਦਾ ਮੋਹ ਤਿਆਗ ਗਿਆ ਹੈ, ਸੁੱਧ ਬੁੱਧ ਭੁੱਲ ਚੁੱਕੀ ਹੈ। ਏਦਾਂ ਲੱਗਦਾ ਹੈ ਕੋਈ ਪ੍ਰੇਤ ਚਿਮੜੀ ਹੋਵੇ। ਫਕੀਰਾਂ ਵਾਲਾ ਲਿਬਾਸ ਬਣਾਇਆ ਹੈ ਤੇ ਮੜੀਆਂ ਮਸਾਣਾਂ ਦੇ ਅੰਦਰ ਵਿਰਾਜਿਆ ਹੋਇਆ ਹੈ। ਜੋ ਮਾਇਆ ਹੈ ਨਾ, ਇਹ ਤੁਸੀਂ ਮੈਨੂੰ ਦੇ ਦਿਓ। ਨਵਾਬ ਦੌਲਤ ਖਾਨ ਕਹਿਣ ਲੱਗਾ ਕਿ ਇਹ ਜਿਹੜੀ ਮਾਇਆ ਹੈ, ਗੁਰੂ ਨਾਨਕ ਪਾਤਸ਼ਾਹ ਦੇ ਬਚਨ ਨੇ ਕਿ ਸਾਡੀ ਮਾਇਆ ਪਰਮੇਸ਼ਰ ਦੀ ਜਾਣ ਕਰਕੇ ਲੋੜਵੰਦਾਂ ਵਿੱਚ, ਫਕੀਰਾਂ ਵਿੱਚ ਵੰਡ ਦੇਣੀ। ਰਾਜਨ, ਤੁਸੀਂ ਵੀ ਆ ਕੇ ਪੁਕਾਰ ਕਰ ਦਿੱਤੀ ਹੈ। ਗੁਰੂ ਨਾਨਕ ਸੁੱਧ ਬੁੱਧ ਭੁੱਲ ਚੁੱਕਾ ਹੈ। ਸਮਝ ਨਹੀਂ ਆਉਂਦੀ ਗੁਰੂ ਨਾਨਕ ਦੇਵ ਜੀਆਂ ਦੇ ਬਚਨ ਕਮਾਵਾਂ ਜਾਂ ਤੁਹਾਨੂੰ ਖਾਲੀ ਮੋੜ ਦੇਵਾਂ। ਤੁਹਾਨੂੰ ਖਾਲੀ ਮੋੜਨਾ ਵੀ ਚੰਗਾ ਨਹੀਂ ਹੋਵੇਗਾ, ਕਿਉਂਕਿ ਤੁਸੀਂ ਉਹਦੇ ਪਿਤਾ ਸਮਾਨ ਹੋ। ਪਰ ਜੋ ਗੱਲਾਂ ਤੁਸੀਂ ਦੱਸ ਰਹੇ ਹੋ ਕਿ ਉਹ ਫਕੀਰਾਂ ਵਾਲਾ ਲਿਬਾਸ ਹੈ, ਘਰ ਦੀ ਖਬਰ ਤਿਆਗ ਚੁੱਕਾ ਹੈ, ਕੰਮ ਕੋਈ ਕਰਦਾ ਨਹੀਂ। ਇਸੇ ਤਰ੍ਹਾਂ ਨਵਾਬ ਦੌਲਤ ਖਾਨ ਚਿੰਤਾ ਦੇ ਸਹਿਤ ਹੋ ਕਰਕੇ ਸੋਚਦਾ ਰਿਹਾ। ਉਸ ਦੇ ਨੇੜ ਬੈਠਾ ਉਸਦਾ ਇੱਕ ਦੋਸਤ ਯਾਰ ਖਾਂ, ਉਸਨੇ ਕਿਹਾ ਹੈ ਕਿ ਗੁਰੂ ਨਾਨਕ ਦੇਵ ਜੀ ਜਦੋਂ ਤੱਕ ਸੋਝੀ ਦੇ ਵਿੱਚ, ਸ਼ੁੱਧ ਦੇ ਵਿੱਚ ਨਹੀਂ ਆਉਂਦੇ, ਉਦੋਂ ਤੱਕ ਤੁਸੀਂ ਫੈਸਲਾ ਸੋਚ ਸਮਝ ਕੇ ਕਰਨਾ। ਨਹੀਂ ਤਾਂ ਜਦੋਂ ਉਹ ਸੁੱਧ ਦੇ ਅੰਦਰ ਆਉਣਗੇ, ਸੁਰਤ ਦੇ ਅੰਦਰ ਆਉਣਗੇ, ਫੇਰ ਇਹ ਮਾਇਆ ਦਾ ਫੈਸਲਾ ਕਰਨਾ ਕਿ ਕਿਸ ਨੂੰ ਦੇਣੀ ਹੈ, ਉਹਨਾਂ ਨੂੰ ਪੁੱਛ। ਨਵਾਬ ਦੌਲਤ ਖਾਨ ਨੇ ਇੱਕ ਆਪਣਾ ਆਦਮੀ ਘੱਲਿਆ ਹੈ ਤੇ ਇੱਕ ਮੁੱਲਾ ਨੂੰ, ਇੱਕ ਕਾਜੀ ਨੂੰ, ਧਰਮੀ ਬੰਦੇ ਨੂੰ ਬੁਲਾਇਆ ਹੈ ਤੇ ਉਸ ਨੂੰ ਕਿਹਾ ਹੈ ਕਿ ਸ਼ਮਸ਼ਾਨ ਘਾਟ ਅੰਦਰ ਜਾ, ਜਿੱਥੇ ਗੁਰੂ ਨਾਨਕ ਬਰਾਜੇ ਨੇ, ਜਾ ਕਰਕੇ ਉਹਨਾਂ ਦੇ ਉੱਪਰ ਕੋਈ ਉਹਨਾਂ ਦਾ ਝਾੜ ਕਰ, ਕੋਈ ਮੰਤਰ ਤੰਤਰ ਬੋਲ ਉਹਨਾਂ ਦੇ ਕੰਨਾਂ ਵਿੱਚ, ਜੋ ਉਹਨਾਂ ਨੂੰ ਸੋਝੀ ਆਵੇ, ਜੋ ਭੂਤ ਪ੍ਰੇਤ ਦਾ ਸਾਇਆ ਹੈ ਉਹ ਦੂਰ ਹੋ ਜਾਵੇ। ਜਦੋਂ ਇਹ ਗੱਲਾਂ ਸੁਲਤਾਨਪੁਰ ਲੋਧੀ ਦੇ ਲੋਕਾਂ ਵਿੱਚ ਪਹੁੰਚੀਆਂ ਨੇ ਤੇ ਇੱਕ ਦੂਜੇ ਤੋਂ ਮੂਹਰੇ ਹੋ ਕੇ ਦੌੜੇ ਨੇ। ਅਣਜਾਣ ਲੋਕ, ਕਵੀ ਜੀ ਕਹਿੰਦੇ, ਇਸ ਪ੍ਰਕਾਰ ਗੱਲਾਂ ਕਰਦੇ ਨੇ ਕਿ ਮੁੱਲਾਂ ਦਾ ਤੇ ਗੁਰੂ ਨਾਨਕ ਦਾ ਹੁਣ ਸਾਹਮਣਾ ਹੋਵੇਗਾ। ਵੇਖਦੇ ਆ ਮੁੱਲਾ ਕਿਸ ਪ੍ਰਕਾਰ ਗੁਰੂ ਨਾਨਕ ਦੇਵ ਜੀਆਂ ਦੇ ਵਿੱਚੋਂ ਪ੍ਰੇਤ ਕੱਢੇਗਾ, ਭੂਤ ਕੱਢੇਗਾ, ਬੜਾ ਤਮਾਸ਼ਾ ਹੋਵੇਗਾ। ਅਣਜਾਣ ਲੋਕ ਇਸ ਪ੍ਰਕਾਰ ਗੱਲਾਂ ਕਰਦੇ ਨੇ। ਇੱਥੋਂ ਤੱਕ ਕੱਲ ਦੀ ਕਥਾ ਵਿਚਾਰ ਆਈ ਸੀ। ਆਉਣ ਵਾਲਾ ਜੋ ਗੁਰੂ ਇਤਿਹਾਸ ਹੈ, ਆਓ ਸ਼ਰਧਾ ਭਾਵਨਾ ਦੇ ਨਾਲ ਮਨ ਚਿੱਤ ਬਿਰਤੀਆਂ ਇਕਾਗਰ ਕਰੀਏ, ਸ਼ਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਚਾਹੁੰਦੇ ਮਾਨਵ ਬ੍ਰਿੰਦ ਭਏ। ਕਵੀ ਜੀ ਕਹਿੰਦੇ, ਇਸ ਪ੍ਰਕਾਰ ਸ਼ਮਸ਼ਾਨ ਘਾਟ ਦੇ ਅੰਦਰ ਇਕੱਠ ਹੋਇਆ ਹੈ ਤੇ ਚਾਰੇ ਪਾਸੇ ਲੋਕ ਖੜੇ ਨੇ। ਹਿਰਦੇ ਬਲੋਕਣ ਚਾਓ ਤੇ ਹਿਰਦੇ ਦੇ ਅੰਦਰ ਤਮਾਸ਼ਾ ਵੇਖਣ ਦਾ ਜਿਨ੍ਹਾਂ ਦੇ ਬਹੁਤਾ ਚਾਅ ਹੈ। ਲੱਗੀ ਗੰਭੀਰ ਸਮਾਧ ਗੁਰ। ਤੇ ਗੁਰੂ ਨਾਨਕ ਦੇਵ ਜੀਆਂ ਦੀ ਬੜੀ ਗੰਭੀਰ, ਬੜੀ ਅਗਾਧ, ਬਹੁਤ ਡੂੰਘੀ ਸਮਾਧੀ ਲੱਗੀ ਹੈ। ਵੇਖਣ ਸੁਣਨ ਅਭਾਉ। ਤੇ ਮਹਾਰਾਜ ਕਿਸੇ ਨੂੰ ਵੇਖਦੇ ਵੀ ਨਹੀਂ, ਅੱਖਾਂ ਬੰਦ ਨੇ ਤੇ ਸੁਣਦੇ ਵੀ ਨਹੀਂ। ਅੜਿਲ ਮੁੱਲਾ ਬੈਠਿਓ ਨਿਕਟ। ਤੇ ਜਾ
ਕਰਕੇ ਨਵਾਬ ਦੌਲਤ ਖਾਨ ਵੱਲੋਂ ਭੇਜਿਆ ਹੋਇਆ ਉਹ ਮੁੱਲਾ ਉਹ ਕਾਜੀ ਸਤਿਗੁਰਾਂ ਦੇ ਨਜ਼ਦੀਕ ਬੈਠਾ ਹੈ। ਵਿਕਟ ਮੰਤਰਨ ਤੇ ਪਠੇ ਜਾ ਕਰਕੇ ਨਾ ਕੱਟੇ ਜਾਣ ਵਾਲੇ ਜੋ ਮੰਤਰ ਹਨ ਉਚਾਰਨ ਕਰਨ ਲੱਗਾ ਹੈ। ਵੀਰ ਪੂਰ ਦੇ ਥਾਨ ਤੇ ਲੋਕਾਂ ਦੀ ਜਿਹੜੀ ਭੀੜ ਹੈ ਉਹ ਬਹੁਤੀ ਵੱਧ ਚੁੱਕੀ ਹੈ। ਅਪਰ ਆਵਹਿ ਤੇ ਠਨੇ ਇੱਕ ਦੂਜੇ ਤੋਂ ਮੂਹਰੇ ਨੱਠੇ ਆ ਰਹੇ ਨੇ, ਭੱਜੇ ਆ ਰਹੇ ਨੇ। ਝਾਰਤ ਮੰਤਰਨ ਸੰਗ ਤੇ ਮੁੱਲਾ ਨੇ ਆਪਣਾ ਕਾਰਜ ਸ਼ੁਰੂ ਕੀਤਾ ਹੈ। ਸਤਿਗੁਰਾਂ ਦੀ ਬਾਬਤ ਮੰਤਰ ਉਚਾਰਨੇ ਸ਼ੁਰੂ ਕੀਤੇ ਨੇ। ਬਲੋਕਹੇ ਨਰ ਤੇ ਖਰੇ ਲੋਕ ਖੜੇ ਬੜੀ ਹੈਰਾਨਗੀ ਦੇ ਨਾਲ ਤੱਕ ਰਹੇ ਨੇ ਕਿ ਹੁਣ ਕੀ ਹੋਵੇਗਾ। ਬਹਰੋ ਲੈ ਪਲੀਤਾ ਤੇ ਬਾਅਦ ਦੇ ਵਿੱਚ ਹੱਥਾਂ ਦੇ ਵਿੱਚ ਇੱਕ ਅੱਗ ਫੜੀ ਹੈ ਮੁੱਲਾ ਨੇ। ਬਾਤੀ ਬਟ ਕਰੇ ਤੇ ਧੂਪ ਦੀ ਜੋ ਬੱਤੀ ਵੱਟੀ ਹੈ ਧੂਪ ਨੂੰ ਦਿਖਾਉਣਾ ਕੀਤਾ ਹੈ। ਪਾਵਕ ਲਾਈ ਤੇ ਤਾਹੇ ਜਦੋਂ ਅੱਗ ਲਾ ਦਿੱਤੀ ਹੈ ਧੂਪ ਧੁਖਣੀ ਸ਼ੁਰੂ ਹੋ ਚੁੱਕੀ ਹੈ, ਸੁਗੰਧੀ ਆਉਣ ਲੱਗੀ ਹੈ। ਫਿਰ ਅੱਗ ਬੁਝਾਈ ਹੈ ਬੜੀ ਧੂਆਂ ਭਇਓ ਤੇ ਚਾਰੇ ਪਾਸੇ ਧੂਆਂ ਹੀ ਧੂਆਂ ਹੋਇਆ ਹੈ। ਲੈ ਕਰ ਮੁੱਲਾ ਹਾਥ ਤੇ ਆਪਣੇ ਹੱਥਾਂ ਦੇ ਵਿੱਚ ਫੜ ਕੇ ਉਹ ਵੱਡੀ ਹੋਈ ਧੂਪ ਦੀ ਬੱਤੀ ਨੂੰ ਨਾਸਕਾ ਮਹਿਦਇਓ ਸਤਿਗੁਰਾਂ ਦੇ ਨੱਕ ਦੇ ਨਜ਼ਦੀਕ ਕੀਤਾ ਹੈ। ਧੂਆਂ ਸਤਿਗੁਰਾਂ ਦੇ ਨੱਕ ਅੰਦਰ ਚੜਿਆ ਹੈ। ਦਸਵੇਂ ਦੁਆਰੇ ਧੂਮ ਤੇ ਜਦੋਂ ਸਾਰਾ ਧੂਆਂ ਸਤਿਗੁਰਾਂ ਦੇ ਨੱਕ ਦੇ ਨਜ਼ਦੀਕ ਕੀਤਾ ਹੈ, ਮਹਾਰਾਜ ਜੀਆਂ ਨੇ ਸਵਾਸ ਲਏ ਨੇ। ਧੂਆਂ ਦਿਮਾਗ ਦੇ ਅੰਦਰ 10ਵੇਂ ਦੁਆਰ ਤੱਕ ਪਹੁੰਚਿਆ ਹੈ। ਪਹੁੰਚਿਓ ਜਾਏ ਸੋ ਤੇ ਮਹਾਰਾਜ ਜੀਆਂ ਦੇ ਨੱਕ ਅੰਦਰ ਜਿਹੜਾ ਧੂਆਂ ਹੈ ਨਾ ਉੱਪਰ ਤੱਕ ਨੱਕ ਰਾਹੀਂ ਦਿਮਾਗ ਤੱਕ ਪਹੁੰਚਿਆ ਹੈ। ਹਾਂ ਡੋਲੀ ਤਬੈ ਸਮਾਦ ਤੇ ਸਤਿਗੁਰਾਂ ਦੀ ਜਿਹੜੀ ਲੱਗੀ ਹੋਈ ਸਮਾਧੀ ਜਦੋਂ ਧੂਆਂ ਐਨ ਨੱਕ ਅੰਦਰ ਚੜਿਆ ਹੈ, ਦਿਮਾਗ ਤੱਕ ਗਿਆ ਹੈ ਤੇ ਸਤਿਗੁਰਾਂ ਦੀ ਸਮਾਧੀ ਡੋਲੀ ਹੈ। ਹਿਰਦੈ ਅਕੁਲਾਏ ਸੋ ਸਤਿਗੁਰੂ ਜੀ ਹਿਰਦੇ ਦੇ ਅੰਦਰ ਬਹੁਤਾ ਹਿੱਲ ਚੁੱਕੇ ਨੇ। ਦਰਤ ਲੋਚਨ ਚਾਰ ਪਰ ਮਹਾਰਾਜ ਜੀਆਂ ਨੇ ਅੱਖਾਂ ਨਹੀਂ ਖੋਲੀਆਂ, ਨੇਤਰ ਬੰਦ ਨੇ। ਨਾ ਪਲਕ ਖੁਲਾਨਿਆ ਤੇ ਮਹਾਰਾਜ ਜੀਆਂ ਨੇ ਪਲਕਾਂ ਤੱਕ ਨਹੀਂ ਖੋਲੀਆਂ, ਉਵੇਂ ਹੀ ਨਿਰੰਤਰ ਸਜੇ ਨੇ। ਅੰਦਰ ਜਾਮੀ ਸਕਲ ਭੇਵ ਪਹਿਚਾਨਿਆ ਅੰਤਰਜਾਮੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਅੱਖਾਂ ਨਹੀਂ ਖੋਲੀਆਂ, ਕੁਝ ਬੋਲੇ ਨਹੀਂ, ਕੁਝ ਸੁਣਿਆ ਨਹੀਂ, ਪਰ ਸੁਤੇ ਸਤ ਹੀ ਮਹਾਰਾਜ ਜੀਆਂ ਨੇ ਆਪਣੀ ਪਵਿੱਤਰ ਸ਼ਕਤੀ ਦੇ ਨਾਲ ਸਾਰਾ ਜੋ ਭੇਦ ਹੈ ਉਥੇ ਦੇ ਨਜ਼ਦੀਕ ਖੜੇ ਲੋਕਾਂ ਦਾ ਜਾਣਿਆ ਹੈ। ਕਰੁਣਾ ਨਿਧ ਵਿਦ ਲਖੀ ਕਰੁਣਾ ਨਿਧ ਕਿਰਪਾ ਦੇ ਖਜ਼ਾਨੇ ਸਤਿਗੁਰਾਂ ਨੇ ਸਾਰੀ ਵਿਧੀ ਹੈ ਜਾਣ ਲਈ ਹੈ। ਬੁੱਧ ਇਨ ਹੱਥ ਤੇ ਭਾਈ ਮਹਾਰਾਜ ਅੱਖਾਂ ਬੰਦ ਕਰਕੇ ਉਵੇਂ ਹੀ ਬਿਰਾਜੇ ਹੋਏ ਵਿਚਾਰ ਕਰਨ ਲੱਗੇ ਨੇ ਕਿ ਜੋ ਲੋਕ ਆਸੇ-ਪਾਸੇ ਖੜੇ ਨੇ ਜਾਂ ਮੁੱਲਾ ਆਇਆ ਹੈ, ਇਹਨਾਂ ਕੋਲ ਬੁੱਧੀ ਦੀ ਕਮੀ ਹੈ। ਇਹਨਾਂ ਦੀ ਸਾਰੀ ਮੱਤ ਹੈ ਜੋ ਸ੍ਰੇਸ਼ਟ ਮੱਤ ਹੈ ਉਹ ਨਾਸ਼ ਹੋ ਚੁੱਕੀ ਹੈ। ਹਾਂ ਬੋਲੇ ਬਚਨ ਸੁਨਾਏ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਉਵੇਂ ਹੀ ਸਮਾਧੀ ਅੰਦਰ ਬਿਰਾਜੇ ਨੇ ਤੇ ਪਵਿੱਤਰ ਮੁਖ ਤੋਂ ਉਚਾਰਨ ਕੀਤਾ ਹੈ। ਸੋ ਸਿੱਖਿਆ ਤਿਨ ਤੇ ਦਈ ਸਤਿਗੁਰਾਂ ਨੇ ਸਿੱਖਿਆ ਦੇਣ ਦੀ ਬਾਬਤ ਐਸੀ ਗੁਰਬਾਣੀ ਦੀਆਂ ਪੰਕਤੀਆਂ ਉਚਾਰੀਆਂ ਨੇ। ਸਲੋਕ ਮਹੱਲਾ ਪਹਿਲਾ ਸਲੋਕ ਮਹੱਲਾ ਮਹਿਲਾ ਪਾਤਸ਼ਾਹ ਪਹਿਲੇ ਪਾਤਸ਼ਾਹ ਸ਼ਲੋਕ ਲਿਖ ਕਰਕੇ ਇਸ ਬਾਬਤ ਉਚਾਰਨ ਕਰਦੇ ਨੇ। ਤ੍ਰਿਗ ਤਿਨਾ ਕਾ ਜੀਵਿਆ ਮਹਾਰਾਜ ਕਹਿੰਦੇ ਜਿਹੜੇ ਲੋਕ 84 ਲੱਖ ਜੂਨਾਂ ਨੂੰ ਭੋਗ ਕਰਕੇ ਪਰਮੇਸ਼ਰ ਦੇ ਮਿਹਨਤਾਂ ਤਰਲੇ ਕਰਕੇ ਮਸਾ ਜਿਨ੍ਹਾਂ ਨੂੰ ਮਨੁੱਖਾ ਜੀਵਨ ਸ੍ਰੇਸ਼ਟ ਮਨੁੱਖਾ ਜੀਵਨ ਪ੍ਰਾਪਤ ਹੋਇਆ ਹੈ। ਜੇ ਲੱਖ ਲੱਖ ਵਿੱਚ ਹੈ ਨਾਓ ਤੇ ਸੰਸਾਰ ਦੇ ਵਿੱਚ ਆ ਕਰਕੇ ਆਪਾਂ ਨੂੰ ਆਪਣੇ ਆਪ ਨੂੰ ਬੜੇ ਬੁੱਧੀ ਵਾਲੇ ਅਖਵਾਉਂਦੇ ਨੇ, ਸੰਤ ਅਖਵਾਉਂਦੇ ਨੇ, ਸਾਧੂ ਅਖਵਾਉਂਦੇ ਨੇ। ਮਹਾਰਾਜ ਕਹਿੰਦੇ ਤ੍ਰਿਗ ਤਿਨਾ ਕਾ ਜੀਵਿਆ, ਭਾਈ ਉਹਨਾਂ ਦਾ ਜਿਉਣਾ ਤ੍ਰਿਗ ਕਿੰਨਾ ਦਾ ਜੇ ਲਿਖ ਵੇਚ ਹੈ ਨਾਓ, ਜੋ ਕਾਗਜ਼ਾਂ ਦੇ ਉੱਪਰ ਪਰਮੇਸ਼ਰ ਦਾ ਨਾਮ ਲਿਖ ਕੇ ਵੇਚਦੇ ਨੇ, ਜੋ ਧਾਗੇ ਕਰਦੇ ਨੇ, ਤਵੀਤ ਕਰਦੇ ਨੇ, ਪਾਣੀ ਕਰ ਦਿੰਦੇ ਨੇ, ਥੌਲੇ ਪਾਉਂਦੇ ਨੇ।
ਮਹਾਰਾਜ ਕਹਿੰਦੇ ਲੱਗਦਾ ਹੈ ਉਹ ਆਪਣਾ ਆਪ ਭੁੱਲ ਗਏ ਨੇ। ਲੋਕਾਂ ਦੀ ਭਲਾਈ ਕਰਦੇ ਨੇ, ਆਪ ਦੇ ਜਾਣੇ ਪਖੰਡ ਕਰਦੇ ਨੇ। ਮਹਾਰਾਜ ਕਹਿੰਦੇ ਧਰੇਕ ਤਿਨਾ ਕਾ ਜੀਵਿਆ, ਉਹਨਾਂ ਦਾ ਜਿਉਣਾ ਵੀ ਧਰੇਕ ਹੈ ਜੋ ਆਪਣੇ ਆਪ ਨੂੰ ਸੰਤ ਅਖਵਾ ਕਰਕੇ ਪਰਮੇਸ਼ਰ ਦੇ ਨਾਲ ਅੰਮ੍ਰਿਤ ਦੀ ਦਾਤ ਦੇ ਨਾਲ ਨਹੀਂ ਜੋੜਦੇ। ਜਿਹੜੇ ਆਪਣੇ ਪੱਲਿਓਂ ਹੀ ਧਾਗੇ ਤਵੀਤ ਕਰ ਕਰ ਦੇਈ ਜਾਂਦੇ ਨੇ, ਉਹਨਾਂ ਦਾ ਜਿਉਣਾ ਵੀ ਧਰੇਕ ਹੈ। ਤੇ ਜੋ ਜਾ ਕੇ ਐਸੇ ਸਾਧਾਂ ਦੇ ਗੋਡੇ ਘੁੱਟਦੇ ਨੇ, ਉਹਨਾਂ ਦੇ ਪੈਰਾਂ ਦੇ ਕੋਲ ਚੌਂਕੜੇ ਲਾ ਲਾ ਬਹਿੰਦੇ ਨੇ। ਮਹਾਰਾਜ ਕਹਿੰਦੇ ਭਾਈ ਉਹਨਾਂ ਦੇ ਵੀ ਜਿਉਣਾ ਧਰੇਕ ਹੈ। ਕਿੰਨਾ ਦਾ? ਜੇ ਲਿਖ ਲਿਖ ਵੇਚਾ ਹੈ ਨਾਉ ਹੈ ਮੁੱਲਾ, ਜਿਹੜੇ ਮੰਤਰ ਤੰਤਰ ਤੂੰ ਬੋਲਦਾ ਹੈ ਨਾ, ਪਰਮੇਸ਼ਰ ਦਾ ਨਾਮ ਵੇਚ ਰਿਹਾ ਹੈ। ਖੇਤੀ ਜਿਨਕੀ ਉਜੜੈ। ਤੇ ਮਹਾਰਾਜ ਕਹਿੰਦੇ ਭਾਈ ਖੇਤੀ ਜਿਨਕੀ ਉਜੜੈ, ਕਹਿੰਦੇ ਜਿਸ ਕਿਸਾਨ ਦੀ ਖੇਤੀ ਹੋਈ ਉਜੜ ਜਾਵੇ, ਉਹਦੀ ਪਾਲੀ ਹੋਈ ਖੇਤੀ, ਕਿਸਾਨ ਸਾਰੀ ਖੇਤੀ ਉਜਾੜ ਲਵੇ, ਸਾਰੀ ਖੇਤੀ ਉਜੜ ਜਾਵੇ। ਖਲਵਾੜੇ ਕਿਆ ਖਾਓ। ਤੇ ਫਿਰ ਭਾਈ ਉਹ ਮੰਡੀ ਦੇ ਵਿੱਚ ਕੀ ਲੈ ਕੇ ਜਾਵੇਗਾ, ਕੀ ਵੇਚੇਗਾ, ਕੀ ਉਤੋਂ ਧਨ ਖੱਟੇਗਾ। ਕਹਿੰਦੇ ਇਸੇ ਪ੍ਰਕਾਰ ਹੀ ਜਿਨ੍ਹਾਂ ਨੂੰ ਮਨੁੱਖਾ ਜੀਵਨ ਪ੍ਰਾਪਤ ਹੋਇਆ ਹੈ ਤੇ ਜਿਨ੍ਹਾਂ ਨੇ ਆਪਣੀ ਨਾਮ ਰੂਪੀ ਸ਼ੁਭ ਗੁਣਾ ਰੂਪੀ ਖੇਤੀ ਆਪਣੇ ਹੱਥੀਂ ਉਜਾੜ ਲਈ, ਪਰਲੋਕ ਵਿੱਚ ਅੱਗੇ ਕੀ ਲੈ ਕੇ ਜਾਣਗੇ। ਜਿਵੇਂ ਇੱਕ ਕਿਸਾਨ ਦੀ ਖੇਤੀ ਉਜੜ ਜਾਵੇ ਤੇ ਮੰਡੀ ਵਿੱਚ ਕੀ ਲਿਜਾਵੇਗਾ ਤੇ ਕੀ ਵੇਚੇਗਾ, ਇਸੇ ਪ੍ਰਕਾਰ ਹੀ ਜਿਹੜੇ ਲੋਕ ਆਪਣੀ ਨਾਮ ਰੂਪੀ ਖੇਤੀ, ਆਪਣੀ ਸ਼ੁਭ ਗੁਣਾ ਰੂਪੀ ਖੇਤੀ ਉਜਾੜ ਚੁੱਕੇ ਨੇ, ਤੇ ਲੋਕ ਤੋਂ ਪਰਲੋਕ ਨਾਲ ਕੀ ਲੈ ਕੇ ਜਾਣਗੇ। ਸੁਨ ਕਰ ਮਾਨਵ ਤਿਤ ਸਮੇਂ। ਜਦੋਂ ਸਤਿਗੁਰਾਂ ਦੇ ਪਾਵਨ ਬਚਨ ਉਚਾਰਨ ਕੀਤੇ ਤੇ ਕੋਲ ਨਜ਼ਦੀਕ ਖੜੇ ਲੋਕਾਂ ਨੇ ਸੁਣੇ ਨੇ। ਪਰੀ ਰੌਰ ਤਹਿ ਥਾਏ। ਤੇ ਆਪਸ ਦੇ ਵਿੱਚ ਲੋਕ ਇਸ ਪ੍ਰਕਾਰ ਗੱਲਾਂ ਕਰਨ ਲੱਗੇ ਨੇ, ਰੌਲਾ ਪਿਆ ਹੈ। ਕਹਿਤ ਪਰਸ ਪਰ ਪੂਤਨਾ। ਕਹਿਣ ਲੱਗੇ ਨੇ, ਆਪਸ ਦੇ ਵਿੱਚ ਗੱਲਾਂ ਕਰਦੇ ਨੇ ਕਿ ਹੁਣ ਸਤਿਗੁਰੂ ਨਹੀਂ ਬੋਲੇ। ਜਦੋਂ ਮੁੱਲਾ ਨੇ ਮੰਤਰ ਤੰਤਰ ਪੜ੍ਹੇ ਨੇ, ਧੂਪ ਦਿਖਾਈ ਹੈ ਤੇ ਅੰਦਰਲੀ ਭੂਤ ਬੋਲੀ ਹੈ। ਪੂਤਨਾ ਬੋਲਿਓ ਅਵੈਧ ਪਾਏ। ਐਸੇ ਮੰਤਰ ਬੋਲੇ ਮੁੱਲਾ ਨੇ, ਐਸੀ ਧੂਪ ਦਿਖਾਈ, ਦੁਖੀ ਹੋ ਕਰਕੇ ਅੰਦਰਲੀ ਭੂਤ ਗੁਰੂ ਨਾਨਕ ਦੇ ਬੋਲੀ ਹੈ। ਅਡੈਲ ਜਪ ਕੋ ਭੂਤ ਪਰਵੇਸਿਓ। ਕਹਿਣ ਲੱਗੇ ਕਿ ਜਦੋਂ ਦਾ ਗੁਰੂ ਨਾਨਕ ਦੇਵ ਜੀਆਂ ਦੇ ਅੰਦਰ ਭੂਤ ਦਾ ਪ੍ਰਵੇਸ਼ ਹੋਇਆ ਹੈ, ਇਹ ਘਟ ਅੰਤਰੇ। ਤੇ ਸਤਿਗੁਰਾਂ ਦੇ ਹਿਰਦੇ ਅੰਦਰ ਤਬ ਕੀ ਕਾਰ ਨਾ ਕਰੀ। ਉਦੋਂ ਦਾ ਸਤਿਗੁਰਾਂ ਨੇ ਕੋਈ ਕਾਰਜ, ਕੋਈ ਕੰਮ ਨਹੀਂ ਕੀਤਾ। ਸੋ ਤਜੀ ਨਿਰੰਤਰੇ। ਤੇ ਸਾਰਾ ਕੁਝ ਹੀ ਮਹਾਰਾਜ ਜੀਆਂ ਨੇ ਇੱਕੋ ਰਸ, ਇੱਕੋ ਵੇਰੀ ਛੱਡ ਦਿੱਤਾ ਹੈ। ਮੋਦੀ ਖਾਨੇ ਦਾ ਕੰਮ ਤਿਆਗ ਦਿੱਤਾ ਹੈ, ਰਿਸ਼ਤੇ ਨਾਤੇ ਤਿਆਗ ਦਿੱਤੇ ਨੇ, ਆਪਣਾ ਪਰਿਵਾਰ, ਆਪਣੇ ਪੁੱਤਰ ਤਿਆਗ ਦਿੱਤੇ ਨੇ। ਦਰਬ ਲੁਟਾਇਓ ਬਾਦ। ਤੇ ਗੁਰੂ ਨਾਨਕ ਨੇ ਆਪਣਾ ਜਿਹੜਾ ਧਨ ਹੈ ਨਾ 760 ਰੁਪਏ ਜੋ ਵਾਧੇ ਵਿੱਚ ਸਨ, ਜੋ ਸਤਿਗੁਰਾਂ ਦੀ ਕਮਾਈ ਸੀ, ਉਹ ਵੀ ਫਕੀਰਾਂ ਦੇ ਵਿੱਚ, ਲੋੜਵੰਦਾਂ ਵਿੱਚ ਵਿਅਰਥ ਹੀ ਲੁਟਾ ਦਿੱਤੀ ਹੈ। ਕਛੂ ਸੁਧ ਨਹਿ ਰਹੀ। ਇਹਨਾਂ ਨੂੰ ਕੁਝ ਵੀ ਸੁੱਧ ਨਹੀਂ ਰਹੀ। ਕੰਮਕਾਰ ਦੀ, ਪਰਿਵਾਰ ਦੀ, ਸੰਸਾਰ ਦੀ ਕੋਈ ਖਬਰ ਨਹੀਂ। ਹੋ ਗਇਓ ਪਲੀਤਾ ਅਬੈ। ਤੇ ਜਦੋਂ ਮੁੱਲਾ ਨੇ ਜਰਾ ਧੂਪ ਨੂੰ ਅੱਗ ਲਾ ਕੇ ਪਲੀਤਾ ਦਿੱਤਾ ਹੈ, ਜਦੋਂ ਧੂਪ ਦਿਖਾਈ ਹੈ, ਬੁਲਾਇਓ ਇਨ ਸਹੀ। ਤੇ ਸਾਰਾ ਕੁਝ ਸੱਚ ਸੱਚ ਪ੍ਰੇਤ ਨੇ ਬੋਲ ਦਿੱਤਾ ਹੈ ਮੁੱਲਾਂ ਦੇ ਖਿਲਾਫ ਕਿ ਧਰਿਗ ਤਿਨਾ ਕਾ ਜੀਵਿਆ। ਜੇ ਲਿਖ ਲਿਖ ਵਿੱਚ ਹੈ ਨਾਉ, ਖੇਤੀ ਜਿਨ ਕੀ ਉਜੜੀ, ਖੇਤੀ ਜਿਨ ਕੀ ਉਜੜਾ, ਖਲਵਾੜਾ ਕਿਆ ਥਾ। ਤੇ ਇਸ ਪ੍ਰਕਾਰ ਦੁਖੀ ਹੋ ਕਰਕੇ ਜਿਹੜਾ ਅੰਦਰਲਾ ਪ੍ਰੇਤ ਹੈ ਨਾ, ਭੂਤ ਹੈ, ਉਹ ਬੋਲਿਆ ਹੈ। ਸੁਣ ਕਰ ਮੁੱਲਾ ਮੂੜ। ਤੇ ਕਵੀ ਜੀ ਕਹਿੰਦੇ ਜਿਹੜਾ ਮੂਰਖ ਮੁੱਲਾ ਹੈ ਨਾ, ਜਿਹੜਾ ਕਾਜੀ, ਉਹ ਮੂਰਖ ਹੈ। ਨਾ ਲਖੇ ਇਆਨਿਆ। ਅਣਜਾਣ ਬੱਚਿਆਂ ਵਰਗਾ ਹੈ, ਸਤਿਗੁਰਾਂ ਦੀ ਮਹਿਮਾ ਜਾਣਦਾ ਨਹੀਂ। ਬੋਲਿਓ ਕਿਸ ਮਹਿ ਭੂਤ ਹਿਰਦੈ ਪਹਿਚਾਨਿਆ। ਤੇ ਕਹਿਣ ਲੱਗਾ ਮੈਂ ਆਪਣੇ ਹਿਰਦੇ ਅੰਦਰ ਜਾਣ ਚੁੱਕਾ ਹਾਂ। ਸਤਿਗੁਰਾਂ ਨੇ ਤਾਂ ਉਹਦੀ ਬਾਬਤ ਬਚਨ ਉਚਾਰਨ ਕੀਤਾ ਹੈ ਕਿ ਧਰਿਗ ਤਿਨਾ ਕਾ ਜੀਵਿਆ।
ਜੇ ਲਿਖ ਲਿਖ ਵਿੱਚ ਹੈ ਨਾਉ, ਅੱਗੋਂ ਆਪਣੀ ਗਲਤੀ ਨਹੀਂ ਮੰਨਦਾ, ਆਪਣੀ ਭੁੱਲ ਨਹੀਂ ਮੰਨਦਾ। ਸਤਿਗੁਰਾਂ ਨੂੰ ਅਣਜਾਣ ਦੱਸਦਾ ਹੋਇਆ ਕਹਿੰਦਾ ਹੈ, ਮੈਂ ਆਪਣੇ ਹਿਰਦੇ ਅੰਦਰ ਜਾਣ ਚੁੱਕਾ ਹਾਂ, ਇਹਨਾਂ ਦੇ ਅੰਦਰ ਪ੍ਰੇਤ ਹੈ। ਪੂਜਤ ਨਾਉ ਬਤਾਓ। ਤੇ ਵਾਰ-ਵਾਰ ਸਤਿਗੁਰਾਂ ਨੂੰ ਪੁੱਛਣ ਲੱਗਾ ਕਿ ਦੱਸ ਤੇਰੇ ਅੰਦਰ ਕੌਣ ਬੈਠਾ ਹੈ, ਕੌਣ ਬੋਲ ਰਿਹਾ ਹੈ। ਰਹਿ ਕਹਿ ਥਾਉ ਮੈਂ। ਤੇ ਕਿਸ ਜਗ੍ਹਾ ਦੇ ਉੱਪਰ ਰਹਿਣ ਵਾਲਾ ਹੈ, ਕੌਣ ਮਰਿਆ ਮੁੱਕਿਆ ਜੋ ਅੰਦਰ ਵੜਿਆ ਹੈ। ਨਾਦਰ ਫੂਕੋ ਤੋਹੇ। ਤੇ ਕਹਿਣ ਲੱਗਾ ਮੈਨੂੰ ਸੱਚ-ਸੱਚ ਦੱਸ ਦੇ, ਤੂੰ ਅੰਦਰ ਕੌਣ ਬੋਲਦਾ ਹੈ, ਨਹੀਂ ਤਾਂ ਅੱਗ ਲਾ ਕੇ ਤੈਨੂੰ ਫੂਕ ਦੇਵਾਂਗਾ। ਅਗਨ ਕੋ ਲਾਉ ਮੈਂ। ਅੱਗ ਨੂੰ ਲਾ ਦੇਵਾਂਗਾ। ਬੀਜੈ ਸੱਚ ਬਤਾਏ। ਤੂੰ ਮੈਨੂੰ ਸੱਚ ਦੱਸਣਾ ਕਰ। ਬਚਿਓ ਜੇ ਚਾਹਤਾ। ਜੇਕਰ ਤੂੰ ਮੇਰੇ ਗੁੱਸੇ ਤੋਂ ਬਚਣਾ ਚਾਹੁੰਦਾ ਹੈ, ਨਸ ਦੇਵੋ ਦੁਖ ਤੋਹੇ। ਨਹੀਂ ਤਾਂ ਮੈਂ ਤੈਨੂੰ ਬਹੁਤਾ ਦੁੱਖ ਦੇਵਾਂਗਾ, ਬਹੁਤਾ ਕਰੜਾ ਦੰਡ ਦੇਵਾਂਗਾ। ਬਨ ਮਹਿ ਦਾਹਿਤਾ। ਬਨ ਮੈਂ ਦਾਹਤਾ, ਨਹੀਂ ਤਾਂ ਤੈਨੂੰ ਸਾੜ ਦੇਵਾਂਗਾ। ਸੁਨ ਸ੍ਰੀ ਨਾਨਕ ਬੈਨ। ਜਦੋਂ ਇਸ ਪ੍ਰਕਾਰ ਮੁੱਲਾ ਆਪਣੇ ਮੁਖ ਤੋਂ ਬੋਲ ਰਿਹਾ ਹੈ ਕਿ ਤੇਰੇ ਅੰਦਰ ਕੌਣ ਬੋਲਦਾ ਹੈ, ਤੂੰ ਕੌਣ ਹੈ, ਕਿੱਥੋਂ ਦਾ ਰਹਿਣ ਵਾਲਾ ਹੈ, ਕਿਉਂ ਗੁਰੂ ਨਾਨਕ ਨੂੰ ਤੰਗ ਕੀਤਾ ਹੈ, ਮੈਨੂੰ ਦੱਸਣਾ ਕਰ, ਨਹੀਂ ਤਾਂ ਅੱਗ ਲਾ ਦੇਵਾਂਗਾ, ਤੈਨੂੰ ਸਾੜ ਦੇਵਾਂਗਾ, ਵਧੇਰੇ ਦੁੱਖ ਦੇਵਾਂਗਾ। ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਪਵਿੱਤਰ ਕੰਨਾਂ ਦੇ ਨਾਲ ਜਦੋਂ ਮੁੱਲਾਂ ਦੇ ਵਚਨ ਸੁਣੇ ਨੇ, ਨੈਣ ਪਲਕਾਂ ਖੁੱਲੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਆਪਣੇ ਪਵਿੱਤਰ ਕਮਲ ਦੀਆਂ ਜੋ ਪੰਖੜੀਆਂ ਹੁੰਦੀਆਂ ਨੇ, ਇਸ ਪ੍ਰਕਾਰ ਕੋਮਲ ਨੇ ਮਹਾਰਾਜ ਜੀ ਦੀਆਂ ਪਲਕਾਂ ਖੋਲੀਆਂ ਨੇ। ਮਾਂ ਬੋਲੇ ਸ਼ਬਦ ਉਠਾਏ। ਤੇ ਮਹਾਰਾਜ ਜੀਆਂ ਨੇ ਇੱਕ ਹੋਰ ਸ਼ਬਦ ਉਚਾਰਨ ਕੀਤਾ ਹੈ। ਦੇਨ ਦਿਨ ਮਤ ਭਲੀ। ਤੇ ਸਾਰੇ ਲੋਕ ਜੋ ਆਸੇ-ਪਾਸੇ ਖੜੇ ਨੇ, ਸਭ ਨੂੰ ਭਲੀ ਚੰਗੀ ਮੱਤ ਦੇਣ ਵਾਸਤੇ ਮਾਰੂ ਮਹੱਲਾ ਪਹਿਲਾ। ਮਾਰੂ ਰਾਗ ਅੰਦਰ ਮਹਾਰਾਜ ਜੀ 1000 ਅੰਗ ਤੋਂ ਉੱਪਰ ਇਹ ਜੋ ਬਚਨ ਹੈ ਉਹ ਦਰਜ ਕਰਦੇ ਨੇ। ਕੋਈ ਆਖੇ ਪੂਤਨਾ। ਮਹਾਰਾਜ ਕਹਿਣ ਲੱਗੇ, ਕਹਿੰਦੇ ਵੇਖੋ ਭਾਈ, ਕੋਈ ਆਖਾ ਭੂਤਨਾ ਕਿ ਕੋਈ ਕਹਿ ਰਿਹਾ ਹੈ ਮੇਰੇ ਵਿੱਚ ਭੂਤ ਦਾ ਪ੍ਰਵੇਸ਼ ਹੈ। ਕੋ ਕਹੈ ਬੇਤਾਲਾ। ਤੇ ਕੋਈ ਕਹਿ ਰਿਹਾ ਕਿ ਫਜ਼ੂਲ ਗੱਲਾਂ ਕਰਦਾ ਹੈ, ਬੇਤਾਲਾ ਹੈ, ਐਵੇਂ ਹੀ ਬੋਲੀ ਜਾਂਦਾ। ਦੇਖੋ ਸੰਗਤ ਜੀ, ਸੰਸਾਰ ਦੀ ਦਿਸ਼ਾ ਜੋ ਮਰਿਆ ਮੁੱਕਿਆ ਨੂੰ, ਭੂਤਾਂ ਪ੍ਰੇਤਾਂ ਨੂੰ, ਇਸ ਭਟਕਦੀਆਂ ਹੋਈਆਂ ਰੂਹਾਂ ਨੂੰ ਸੰਸਾਰ ਤੋਂ ਮੁਕਤ ਕਰਨ ਆਇਆ ਹੈ, ਤੇ ਸੰਸਾਰ ਨੇ ਉਹਨੂੰ ਹੀ ਭੂਤ ਕਹਿ ਦਿੱਤਾ ਹੈ। ਜੋ ਗੂੰਗਿਆਂ ਨੂੰ ਰਸਨਾ ਜਵਾਨਾ ਬਖਸ਼ਣ ਆਇਆ ਹੈ, ਕਵੀਆਂ ਨੂੰ ਰਾਗ ਬਖਸ਼ਣ ਆਇਆ ਹੈ, ਤਾਲਾ ਬਖਸ਼ਣ ਆਇਆ ਹੈ, ਉਸ ਸਮੇਂ ਵੀ ਸੰਸਾਰ ਨੇ ਉਹਨਾਂ ਨੂੰ ਬੇਤਾਲਾ ਕਹਿ ਦਿੱਤਾ ਕਿ ਫਜ਼ੂਲ ਗੱਲਾਂ ਕਰਦਾ ਹੈ। ਤੇ ਫਿਰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਕੋਈ ਅੱਤਵਾਦੀ ਕਹੇ, ਵੱਖਵਾਦੀ ਕਹੇ, ਫਿਰ ਗੁੱਸਾ ਕਿਸ ਚੀਜ਼ ਦਾ। ਸੰਸਾਰ ਨੇ ਤਾਂ ਗੁਰੂ ਨਾਨਕ ਨੂੰ ਨਹੀਂ ਛੱਡਿਆ, ਤੇ ਉਸੇ ਗੁਰੂ ਨਾਨਕ ਦੇ ਚਰਨਾਂ ਦੀ ਧੂੜ ਸੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ। ਮਹਾਂਪੁਰਖ ਕਹਿੰਦੇ ਹੁੰਦੇ ਸਨ ਕਿ ਕੋਈ ਸਾਨੂੰ ਅੱਤਵਾਦੀ ਕਹਿੰਦਾ ਹੈ, ਵੱਖਵਾਦੀ ਕਹਿੰਦਾ ਹੈ, ਜੇਕਰ ਨਾਮ ਜਪੇ ਤੇ ਹੋਰਾਂ ਨੂੰ ਜਪਾਵੇ, ਆਪ ਅੰਮ੍ਰਿਤ ਧਾਰੀ ਹੋਵੇ ਹੋਰਾਂ ਨੂੰ ਛਕਾਵੇ, ਆਪ ਵਿਦਿਆ ਪੜ੍ਹੀ ਹੋਵੇ ਹੋਰਾਂ ਨੂੰ ਪੜ੍ਹਾਵੇ, ਆਪ ਇੱਜ਼ਤ ਵਾਲਾ ਹੋਵੇ ਹੋਰਾਂ ਦੀਆਂ ਬਚਾਵੇ, ਜੇਕਰ ਐਸਾ ਮਨੁੱਖ ਅੱਤਵਾਦੀ ਹੈ ਤੇ ਸਾਨੂੰ ਅੱਤਵਾਦੀ ਹੋਣ ਤੇ ਮਾਣ ਹੈ, ਸਾਨੂੰ ਵੱਖਵਾਦੀ ਹੋਣ ਤੇ ਮਾਣ ਹੈ। ਸਾਡਾ ਗੁਰੂ ਅੱਤਵਾਦੀ, ਸਾਡਾ ਪਿਤਾ ਅੱਤਵਾਦੀ, ਜਿਸ ਦਾ ਪਿਤਾ ਅੱਤਵਾਦੀ ਗੁਰੂ ਗੋਬਿੰਦ ਸਿੰਘ ਹੋਵੇਗਾ ਤੇ ਉਹਦਾ ਬੱਚਾ ਕਿਵੇਂ ਸਾਧ ਹੋ ਜਾਵੇਗਾ, ਉਹਦਾ ਬੱਚਾ ਕਿਵੇਂ ਸੰਤ ਬਣ ਜਾਵੇਗਾ। ਇਹ ਮਹਾਂਪੁਰਖਾਂ ਦੇ ਬਚਨ ਸਨ। ਸਮੇਂ ਦਿਆਂ ਲੋਕਾਂ ਨੇ ਗੁਰੂ ਨਾਨਕ ਨੂੰ ਵੀ ਨਹੀਂ ਛੱਡਿਆ। ਕੋਈ ਆਖੇ ਭੂਤ ਨਾ, ਕਿ ਕੋਈ ਤਾਂ ਕਹਿ ਰਿਹਾ ਗੁਰੂ ਨਾਨਕ ਅੰਦਰ ਪ੍ਰੇਤ ਹੈ, ਇਹ ਭੂਤ ਬਣ ਬੈਠਾ ਹੈ। ਕੋ ਕਹੇ ਬੇਤਾਲਾ, ਤੇ ਕੋਈ ਕਹਿ ਰਿਹਾ ਇਹ ਫਜ਼ੂਲ ਗੱਲਾਂ ਕਰ ਰਿਹਾ ਹੈ, ਬੇਤਾਲਾ ਹੈ। ਕੋਈ ਆਖੇ ਆਦਮੀ ਨਾਨਕ ਵਿਚਾਰਾ। ਤੇ ਕੋਈ ਆਖਦਾ ਇਹ ਤਾਂ ਆਮ ਜਿਹਾ ਆਦਮੀ ਹੈ, ਇਹ ਤਾਂ ਮੋਦੀ ਖਾਨਾ ਚਲਾਉਣ ਵਾਲਾ ਇੱਕ ਆਮ ਇਨਸਾਨ ਹੈ। ਅੱਜ ਵੀ
ਸਟੇਜਾਂ ਦੇ ਉੱਪਰੋਂ ਕੂੜ ਪ੍ਰਚਾਰ ਕਰਦੇ ਨੇ ਢੱਡਰੀਆਂ ਵਾਲੇ ਵਰਗੇ ਕਿ ਗੁਰੂ ਨਾਨਕ ਦੇਵ ਜੀ ਕੋਈ ਸ਼ਕਤੀਵਾਨ ਥੋੜੋ ਸਨ, ਕੋਈ ਉਹ ਸਤਿਪੁਰਸ਼ ਥੋੜੋ ਸਨ, ਉਹ ਤਾਂ ਇੱਕ ਆਮ ਇਨਸਾਨ ਸੀ। ਐਸਾ ਕੂੜ ਪ੍ਰਚਾਰ ਹੁੰਦਾ ਹੈ ਤੇ ਐਸੇ ਕੂੜ ਪ੍ਰਚਾਰ ਨੂੰ ਜੋ ਸੁਣਦੇ ਨੇ ਮਹਾਂਪੁਰਖਾਂ ਨੇ ਮਹਾਰਾਜ ਜੀਆਂ ਨੇ ਬਚਨ ਕੀਤੇ ਨੇ, ਧ੍ਰਿਗ ਤਿਨਾ ਕਾ ਜੀਵਿਆ ਜੇ ਲਿਖ ਲਿਖ ਵਿੱਚ ਹਨਾਓ, ਕਿ ਉਹਨਾਂ ਦਾ ਜਿਉਣਾ ਸੰਸਾਰ ਦੇ ਧ੍ਰਿਗ ਹੈ, ਜੋ ਪਰਮੇਸ਼ਰ ਦਾ ਨਾਮ ਵੇਚ ਵੇਚ ਕਰਕੇ ਵੱਡੀਆਂ ਗੱਡੀਆਂ ਕਾਰਾਂ ਕੋਠੀਆਂ ਜਾਇਦਾਦ ਜਿਨ੍ਹਾਂ ਨੇ ਅਪਣਾ ਲਈ ਹੈ, ਗੁਰੂ ਨਾਨਕ ਦੀਆਂ ਗੱਲਾਂ ਕਰ ਕਰਕੇ ਆਪਣਾ ਸਭ ਕੁਝ ਬਣਾ ਲਿਆ ਹੈ ਤੇ ਹੁਣ ਗੁਰੂ ਨਾਨਕ ਆਮ ਹੋ ਗਿਆ ਹੈ। ਖੇਤੀ ਜਿਨ ਕੀ ਉਜੜ ਖਲਵਾੜੇ ਕਿਆ ਥਾਓ, ਮਹਾਰਾਜ ਕਹਿੰਦੇ ਜਿਨ੍ਹਾਂ ਦੀ ਖੇਤੀ ਉਜੜ ਗਈ ਨਾ ਤੇ ਪਰਲੋਕ ਵਿੱਚ ਕੀ ਲੈ ਕੇ ਜਾਣਗੇ। ਇੱਥੇ ਤਾਂ ਕੁਫਰ ਤੋਲ ਲੈਣਗੇ ਪਰ ਉੱਥੇ ਜਾ ਕੇ ਕੁਫਰ ਥੋੜੋ ਤੋਲਿਆ ਜਾਵੇਗਾ। ਪਰਮੇਸ਼ਰ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ, ਸਾਰੇ ਪਾਪ ਉੱਥੇ ਆਪਣੇ ਆਪ ਹੀ ਪ੍ਰਗਟ ਹੁੰਦੇ ਨੇ। ਤੇ ਮਹਾਰਾਜ ਬਚਨ ਕਰਦੇ ਨੇ, ਕੋਈ ਆਖੈ ਆਦਮੀ, ਕੋਈ ਤਾਂ ਆਦਮੀ ਕਹਿ ਰਿਹਾ ਕਿ ਆਮ ਇਨਸਾਨ ਨਾਨਕ ਵਿਚਾਰਾ, ਪਰ ਜਿਹੜੇ ਗਿਆਤਾ ਨੇ ਜੋ ਸਤਿਗੁਰਾਂ ਦੀ ਮਹਿਮਾ ਜਾਣਦੇ ਨੇ ਸ਼ਰਧਾ ਭਾਵਨਾ ਵਾਲੇ ਨੇ, ਉਹ ਇਹ ਕਹਿ ਰਹੇ ਨੇ ਨਾਨਕ ਵਿਚਾਰਾ ਕਿ ਨਾਨਕ ਵਿਚਾਰਵਾਨ, ਉੱਚੀਆਂ ਵਿਚਾਰਾਂ ਵਾਲਾ ਹੈ। ਆਮ ਲੋਕਾਂ ਦੇ ਨਾਲ ਇਹਨਾਂ ਦੀਆਂ ਵਿਚਾਰਾਂ ਨਹੀਂ ਮਿਲਦੀਆਂ, ਬੜੀ ਵੱਡੀ ਵਿਚਾਰਵਾਨ ਵਾਲਾ ਹੈ। ਭਇਆ ਦੀਵਾਨਾ ਸਾਹੂਕਾ, ਤੇ ਮਹਾਰਾਜ ਕਹਿੰਦੇ ਭਾਈ ਮੈਂ ਤਾਂ ਉਸ ਸ਼ਾਹੂਕਾਰ ਦਾ ਦੀਵਾਨਾ ਹਾਂ, ਉਸ ਪਰਮੇਸ਼ਰ ਸ਼ਾਹੂਕਾਰ ਦਾ ਦੀਵਾਨਾ ਹਾਂ। ਜਿਵੇਂ ਲੋਕ ਆੜ੍ਹਤੀਆਂ ਕੋਲੋਂ ਮਾਇਆ ਉਧਾਰੀ ਲੈ ਲੈਂਦੇ ਨੇ, ਸ਼ਾਹੂਕਾਰਾਂ ਕੋਲੋਂ ਪੈਸਾ ਲੈ ਲੈਂਦੇ ਨੇ, ਕਹਿੰਦੇ ਮੈਂ ਉਹ ਤੋਂ ਸਵਾਸ ਉਧਾਰੇ ਲਏ ਨੇ। ਐਸਾ ਸ਼ਾਹੂਕਾਰ ਹੈ ਜੋ ਸਾਰੇ ਸੰਸਾਰ ਨੂੰ ਸਵਾਸ ਉਧਾਰੇ ਦਿੰਦਾ ਹੈ, ਬਿਨਾਂ ਵਿਆਜ ਤੋਂ, ਬਿਨਾਂ ਕਿਸੇ ਲਾਲਚ ਤੋਂ। ਕਹਿੰਦੇ ਮੈਂ ਐਸੇ ਸ਼ਾਹੂਕਾਰ ਦਾ ਦੀਵਾਨਾ ਹਾਂ, ਨਾਨਕ ਬੌਰਾਨਾ, ਤੇ ਇਸ ਲਈ ਮਸਤਾਨਾ ਹੋਇਆ ਹਾਂ ਹਰ ਬਿਨ ਅਵਰ ਨਾ ਜਾਣਾ। ਤੇ ਮੈਂ ਉਸ ਖੁਦਾ ਉਸ ਪਰਮੇਸ਼ਰ ਰੱਬ ਤੋਂ ਬਿਨਾਂ ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ ਕਿ ਕੌਣ ਮੇਰਾ ਕੀ ਲੱਗਦਾ ਹੈ, ਕੀ ਰਿਸ਼ਤਾ ਕੀ ਨਾਤਾ ਹੈ। ਕਿਸੇ ਦਾ ਮੈਨੂੰ ਭੈ ਨਹੀਂ, ਕਿਸੇ ਨਾਲ ਮੇਰਾ ਵੈਰ ਨਹੀਂ। ਰਹਾਉ ਮਹਾਰਾਜ ਠਹਿਰਾਓ ਦਾ ਬਚਨ ਕਰਕੇ ਅੱਗੇ ਬਖਸ਼ਿਸ਼ ਕਰਦੇ ਨੇ। ਤੋ ਦੀਵਾਨਾ ਜਾਣੀਏ, ਮਹਾਰਾਜ ਕਹਿੰਦੇ ਭਾਈ ਜਿਹੜਾ ਮੇਰੀ ਹਾਲਤ ਹੈ ਨਾ, ਮੇਰੀ ਹਾਲਤ ਵਰਗੇ ਮਨੁੱਖ ਉਹ ਹੋ ਸਕਦੇ ਨੇ, ਤਾਂ ਦੀਵਾਨੇ ਮਸਤਾਨੇ ਜਾਣੇ ਜਾ ਸਕਦੇ ਨੇ। ਜਾਂ ਭੈ ਦੀਵਾਨਾ ਹੋਏ, ਤੇ ਜਿਨ੍ਹਾਂ ਨੂੰ ਉਸ ਪਰਮੇਸ਼ਰ ਦਾ ਭੈ ਹੋਵੇਗਾ, ਉਸ ਪਰਮੇਸ਼ਰ ਦਾ ਡਰ ਹੋਵੇਗਾ, ਰੱਬ ਦਾ ਡਰ ਹੋਵੇਗਾ, ਖੁਦਾ ਦਾ ਡਰ ਹੋਵੇਗਾ, ਉਹਨਾਂ ਨੂੰ ਹੀ ਸੰਸਾਰ ਦੇ ਉੱਪਰ ਮਸਤਾਨੇ ਦੀਵਾਨੇ ਕਿਹਾ ਜਾਂਦਾ ਹੈ। ਏਕੀ ਸਾਹਿਬ ਬਾਹਰਾ, ਏਕੀ ਸਾਹਿਬ ਬਾਹਰਾ, ਇੱਕੋ ਪਰਮੇਸ਼ਰ ਜਿਨ੍ਹਾਂ ਨੂੰ ਨਜ਼ਰ ਆਉਂਦਾ ਹੈ। ਜਾਂ ਅਵਰ ਨਾ ਜਾਣੇ ਕੋਈ, ਤੇ ਸੰਸਾਰ ਦੇ ਉੱਪਰ ਦੂਜੇ ਕਿਸੇ ਨੂੰ ਜਾਣਦੇ ਹੀ ਨਹੀਂ, ਇੱਕੋ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੇ ਨੇ, ਇਹਦੇ ਅੱਗੇ ਸੀਸ ਝੁਕਾਉਂਦੇ ਨੇ, ਹੋਰ ਕਿਸੇ ਦੰਦੀ ਪਖੰਡੀ ਨੂੰ ਸੰਸਾਰ ਦੇ ਉੱਪਰ ਜਾਣਦੇ ਨਹੀਂ। ਤੋ ਦੀਵਾਨਾ ਜਾਣੀਏ, ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਵੀ ਦੀਵਾਨੇ ਮਸਤਾਨੇ ਕਿਹਾ ਜਾ ਸਕਦਾ ਹੈ ਜੋ ਇੱਕੋ ਦੇ ਲੜ ਲੱਗੇ ਹੋਣ ਤੇ ਹੋਰ ਕਿਸੇ ਨੂੰ ਨਾ ਜਾਣਦੇ ਹੋਣ। ਜਾਂ ਏਕਾਕਾਰ ਕਮਾਏ, ਤੇ ਜਾਂ ਫਿਰ ਏਕਾਕਾਰ ਕਮਾਏ, ਇੱਕੋ ਹੀ ਕੰਮ ਕਮਾਉਣ, ਅੰਮ੍ਰਿਤ ਵੇਲੇ ਜਾਗਣ, ਇਸ਼ਨਾਨ ਪਾਨ ਕਰਨ ਤੇ ਬੰਦਗੀ ਕਰਨ, ਪਰਮੇਸ਼ਰ ਦੀ ਬੰਦਗੀ ਦਾ ਕਾਰਜ ਕਰਨ, ਕੰਮ ਕਰਨ, ਨਾਮ ਜਪਣ, ਨਾਮ ਜਪਾਉਣ। ਕਹਿੰਦੇ ਉਹਨਾਂ ਨੂੰ ਵੀ ਦੀਵਾਨੇ ਮਸਤਾਨੇ ਕਿਹਾ ਜਾਂਦਾ ਹੈ। ਹੁਕਮ ਪਛਾਣੇ ਖਸਮ ਕਾ, ਤੇ ਜੋ ਖਸਮ ਦਾ, ਪਰਮੇਸ਼ਰ ਦਾ, ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਪਛਾਣਨ ਵਾਲੇ ਨੇ। ਜੀ ਅਵਰ ਸਿਆਣਪ ਕਾਏ, ਤੇ ਆਪਣੇ ਅੰਦਰ ਦੂਜੀ ਸਿਆਣਪ ਨਹੀਂ ਸਮਝਦੇ, ਆਪਣੇ ਆਪ ਨੂੰ ਸਿਆਣਾ ਨਹੀਂ ਕਹਿੰਦੇ। ਇਹ ਕਹਿੰਦੇ ਨੇ ਜਿੰਨੀ ਪਰਮੇਸ਼ਰ ਨੇ ਮਤ ਬਖਸ਼ੀ ਹੈ ਉਸੇ ਪ੍ਰਕਾਰ ਬੋਲ ਰਹੇ ਹਾਂ, ਉਸੇ ਪ੍ਰਕਾਰ ਵਿਚਾਰਾ ਕਰ ਰਹੇ ਹਾਂ। ਕਹਿੰਦੇ ਉਹਨਾਂ ਨੂੰ ਵੀ ਮਸਤਾਨੇ ਬੌਰਾਨੇ ਕਿਹਾ ਜਾ ਸਕਦਾ ਹੈ ਜਿਹੜੇ ਇੱਕੋ ਖਸਮ ਦੇ ਹੁਕਮ ਅੰਦਰ ਚੱਲਦੇ ਹੋਣ, ਆਪਣੀ ਸਿਆਣਪ ਨੂੰ ਮੂਹਰੇ ਨਾ ਰੱਖਦੇ ਹੋਣ। ਤੋ ਦੀਵਾਨਾ ਜਾਣੀਏ, ਮਹਾਰਾਜ ਕਹਿੰਦੇ
ਭਾਈ ਉਹਨਾਂ ਨੂੰ ਵੀ ਦੀਵਾਨੇ ਮਸਤਾਨੇ ਕਿਹਾ ਜਾਂਦਾ ਹੈ। ਜਾਂ ਸਾਹਿਬ ਧਰੇ ਪਿਆਰ ਤੇ ਜੋ ਸਾਹਿਬ ਅਕਾਲ ਪੁਰਖ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨਾਲ ਪਿਆਰ ਰੱਖਦੇ ਨੇ, ਮੰਦਾ ਜਾਣੇ ਆਪ ਕੋ ਤੇ ਆਪਣੇ ਆਪ ਨੂੰ ਸਾਰਿਆਂ ਤੋਂ ਮੰਦਾ ਜਾਣਦੇ ਨੇ, ਸਾਰਿਆਂ ਤੋਂ ਨੀਵਾਂ ਜਾਣਦੇ ਨੇ, ਅਵਰ ਭਲਾ ਸੰਸਾਰ ਤੇ ਇਹ ਕਹਿ ਦਿੰਦੇ ਨੇ ਬਾਕੀ ਸੰਸਾਰ ਸਾਰਾ ਹੀ ਚੰਗਾ ਹੈ। ਭਾਵੇਂ ਕੋਈ ਨਿੰਦਿਆ ਕਰਨ ਵਾਲਾ ਹੋਵੇ, ਚੁਗਲੀਆਂ ਕਰਨ ਵਾਲਾ ਹੋਵੇ, ਭਾਵੇਂ ਕੋਈ ਵਡਿਆਈ ਕਰਨ ਵਾਲਾ ਹੋਵੇ, ਭਾਈ ਸਾਰਾ ਹੀ ਸੰਸਾਰ ਸਾਥੋਂ ਚੰਗਾ ਹੈ, ਸਾਰਾ ਹੀ ਸੰਸਾਰ ਭਲਾ ਹੈ, ਸਾਰਾ ਹੀ ਸੰਸਾਰ ਸੰਤ ਹੈ, ਸਾਧ ਹੈ। ਪਰ ਅਸੀਂ ਸਭ ਤੋਂ ਮੰਦੇ ਹਾਂ, ਅਸੀਂ ਸਭ ਤੋਂ ਭੈੜੇ ਹਾਂ। ਜਿਨ੍ਹਾਂ ਨੇ ਇਹ ਮਨ ਅੰਦਰ ਧਾਰਨ ਕਰ ਲਿਆ, ਆਪਣੇ ਆਪ ਨੂੰ ਮੰਦਾ ਬਣਾ ਲਿਆ, ਉਹ ਵੀ ਪਰਮੇਸ਼ਰ ਦੇ ਪਿਆਰੇ ਨੇ, ਉਹ ਵੀ ਮਸਤਾਨੇ ਦੀਵਾਨੇ ਨੇ। ਦੋਹਰਾ ਸੁਣੋ ਮੁਲਾਨਾ ਕਾਨ ਦੇ ਤੇ ਜਦੋਂ ਇਹ ਵਚਨ ਮੁੱਲਾਂ ਨੇ ਕੰਨ ਲਾ ਕੇ ਸਤਿਗੁਰਾਂ ਦੇ ਸੁਣੇ ਨੇ, ਤਬੇ ਦੀਵਾਨਾ ਹੋਏ। ਤੇ ਮਹਾਰਾਜ ਕਹਿਣ ਲੱਗੇ ਸੁਣੋ ਮੁਲਾਨਾ ਕਾਨ ਦੇ, ਕਿ ਹੇ ਮੁਲਾਨੇ ਕੰਨ ਦੇ ਕਰਕੇ ਸੁਣਨਾ ਕਰ ਸਾਡੇ ਵੱਲ, ਤਬੇ ਦੀਵਾਨਾ ਹੋਏ। ਫੇਰ ਮਨੁੱਖ ਦੀਵਾਨਾ ਬਾਰਾਨਾ ਹੁੰਦਾ ਹੈ। ਲਖ ਸਾਹਿਬ ਕੇ ਭੈ ਬਸੈ ਤੇ ਜੋ ਪਰਮੇਸ਼ਰ ਦੇ ਭੈ ਵਿੱਚ ਡਰ ਵਿੱਚ ਬਸਣ ਵਾਲੇ ਨੇ, ਅਵਰ ਨਾ ਜਾਣਹਿ ਕੋਏ। ਤੇ ਸੰਸਾਰ ਦੇ ਵਿੱਚ ਹੋਰ ਕਿਸੇ ਨੂੰ ਨਹੀਂ ਜਾਣਦੇ, ਹੋਰ ਕਿਸੇ ਨੂੰ ਨਹੀਂ ਪਹਿਚਾਣਦੇ। ਸੁਧ ਭੁੱਲੇ ਸੰਸਾਰ ਕੀ ਤੇ ਜੋ ਸੰਸਾਰ ਦੀ ਖਬਰ ਸੁਧ ਬੁੱਧ ਭੁੱਲ ਚੁੱਕੇ ਨੇ, ਰਚੇ ਨਾਮ ਕੇ ਰੰਗ ਤੇ ਜੋ ਨਾਮ ਦੇ ਰੰਗ ਅੰਦਰ ਰਚ ਚੁੱਕੇ ਨੇ, ਅਮੀ ਛੋਰ ਕੈਸੇ ਕਹੈ। ਮਹਾਰਾਜ ਕਹਿੰਦੇ ਭਾਈ ਅੰਮ੍ਰਿਤ ਛੱਡ ਕਰਕੇ, ਅਮੀ ਸ਼ੋਰ ਕੈਸੇ ਗਏ, ਕਹਿੰਦੇ ਅੰਮ੍ਰਿਤ ਨੂੰ ਛੱਡ ਕਰਕੇ ਕਿਵੇਂ ਗ੍ਰਹਿਣ ਕਰਦੇ ਨੇ। ਫੀਕੇ ਰਸ ਕੋ ਸੰਗ ਜੋ ਵਿਸ਼ੇ ਵਿਕਾਰਾਂ ਦਾ ਸੰਗ ਹੈ, ਫਿੱਕੇ ਰੰਗ ਨੇ ਵਿਸ਼ੇ ਵਿਕਾਰਾਂ ਦੇ, ਉਹਨਾਂ ਨੂੰ ਕਿਵੇਂ ਲੋਕ ਪਤਾ ਨਹੀਂ ਗ੍ਰਹਿਣ ਕਰ ਲੈਂਦੇ ਨੇ ਅੰਮ੍ਰਿਤ ਵਰਗਾ ਪਰਮੇਸ਼ਰ ਛੱਡ ਕੇ। ਨਰ ਪਾਮਰ ਅਨਜਾਣ ਜੇ ਇਹ ਸਾਰੇ ਲੋਕ ਅਣਜਾਣ ਨੇ, ਘੱਟ ਮਤ ਵਾਲੇ ਨੇ। ਆਸਪਿਤ ਤਨਹਿ ਬਤਾਏ ਮਹਾਰਾਜ ਕਹਿੰਦੇ ਇਸ ਲਈ ਅਸੀਂ ਉਹਨਾਂ ਨੂੰ ਦੱਸਣਾ ਕੀਤਾ ਹੈ। ਸਾਨੂੰ ਇਸ ਪ੍ਰਕਾਰ ਉਹ ਲੋਕ ਅਣਜਾਣ ਮਤ ਵਾਲੇ ਬੋਲਦੇ ਨੇ ਜਿਨ੍ਹਾਂ ਕੋਲ ਮਤ ਦੀ ਕਮੀ ਹੈ। ਭੂਤ ਬੇਤਾਲ ਕੇ ਬਾਬਰ ਕੋਈ ਸਾਨੂੰ ਭੂਤ ਕਹਿ ਰਿਹਾ ਹੈ, ਕੋਈ ਬੇਤਾਲਾ ਕਹਿ ਰਿਹਾ ਹੈ, ਕੋਈ ਬਾਬਰਾ ਕਹਿ ਰਿਹਾ ਹੈ। ਖਾਨ ਲਾਭ ਨਹਿਕਾਏ ਤੇ ਸਾਨੂੰ ਰੱਦੀ ਭਰ ਵੀ ਇਹਦਾ ਕੋਈ ਲਾਭ ਨਹੀਂ, ਕੋਈ ਸਾਡੀ ਉਸਤਤੀ ਕਰੇ, ਕੋਈ ਸਾਡੀ ਨਿੰਦਿਆ ਕਰੇ, ਸਾਨੂੰ ਹਾਨੀ ਨੁਕਸਾਨ ਨਹੀਂ। ਪ੍ਰਭ ਕੋ ਪ੍ਰੇਮ ਨਾ ਪਰਖਹੀ ਤੇ ਜੋ ਪਰਮੇਸ਼ਰ ਦਾ ਅਕਾਲ ਪੁਰਖ ਵਾਹਿਗੁਰੂ ਦਾ ਪ੍ਰੇਮ ਨਹੀਂ ਪਰਖਦੇ, ਕਿਸੇ ਵਿਖੇ ਗਲਤਾਨ ਉਹੀ ਵਿਸ਼ੇ ਵਿਕਾਰਾਂ ਦੇ ਵਿੱਚ ਗੁਲਤਾਨ ਹੁੰਦੇ ਨੇ। ਜਿਨ੍ਹਾਂ ਨੂੰ ਇਹ ਨਹੀਂ ਨਾ ਲੱਗਦਾ ਕਿ ਸਾਡਾ ਗੁਰੂ ਕਿੰਨਾ ਵੱਡਾ ਹੈ, ਉਹ ਜੋ ਲੋਕ ਮੁਸੀਬਤਾਂ ਨੂੰ ਵੱਡੀਆਂ ਸਮਝਦੇ ਨੇ, ਉਹ ਫਿਰ ਉਹਨਾਂ ਵਿੱਚ ਗੁਲਤਾਨ ਹੋ ਜਾਂਦੇ ਨੇ। ਜੋ ਮੁਸੀਬਤਾਂ ਨੂੰ ਦੱਸਦੇ ਨੇ ਕਿ ਤੂੰ ਆ ਸਾਡੇ ਗਲ ਪੈ, ਸਾਡਾ ਗੁਰੂ ਬੜਾ ਬਲੀ ਹੈ, ਸਾਡਾ ਗੁਰੂ ਬੜਾ ਸਮਰੱਥ ਹੈ, ਉਹ ਛਡਾ ਲਵੇਗਾ, ਉਹ ਜਨਮਾਂ ਮਰਨਾਂ ਦੇ ਬੰਧਨਾਂ ਤੋਂ ਛਡਾਉਣ ਦੀਆਂ ਗਰੰਟੀਆਂ ਲੈਂਦਾ ਹੈ। ਫਿਰ ਸੰਸਾਰ ਦੇ ਦੁੱਖ, ਸੰਸਾਰ ਦਾ ਭੈ ਤਾਂ ਚੀਜ਼ ਹੀ ਕੀ ਹੈ। ਮਹਾਮੰਦ ਦੁਖ ਪਾਵਈ ਤੇ ਮਹਾਰਾਜ ਕਹਿੰਦੇ ਭਾਈ ਫਿਰ ਜੋ ਪਰਮੇਸ਼ਰ ਦੀ ਖੁਸ਼ੀ, ਪਰਮੇਸ਼ਰ ਦਾ ਪਿਆਰ ਨਹੀਂ ਜਾਣਦੇ ਨਾ, ਉਹ ਮਹਾਮੰਦ ਦੁਖ ਪਾਵਈ। ਬੜੇ ਵੱਡੇ ਬੜੀ ਭੈੜੀ ਮਤ ਵਾਲੇ ਉਹ ਦੁੱਖ ਪਾਉਂਦੇ ਨੇ। ਜਮਪੁਰ ਜਾਇ ਨਿਦਾਨ ਤੇ ਐਸੇ ਲੋਕ ਫਿਰ ਜਮਾਂ ਦੀ ਪੁਰੀ ਨੂੰ ਜਾਂਦੇ ਨੇ, ਅਣਜਾਣਪੁਰੇ ਵਿੱਚ ਹੀ ਚਲੇ ਜਾਂਦੇ ਨੇ। ਐਸੇ ਲੋਕ ਨੇ ਜੋ ਸਤਿਗੁਰਾਂ ਦੀ ਸ਼ਕਤੀ ਨਹੀਂ ਜਾਣਦੇ, ਪਰਮੇਸ਼ਰ ਦਾ ਭੈ ਨਹੀਂ ਮੰਨਦੇ, ਗੁਰੂ ਗ੍ਰੰਥ ਸਾਹਿਬ ਜੀਆਂ ਦੀ ਆਗਿਆ ਅਨੁਸਾਰ ਨਹੀਂ ਚੱਲਦੇ। ਫਿਰ ਐਸੇ ਲੋਕ ਵੀ ਸੰਸਾਰ ਉੱਪਰ ਦੁੱਖ ਪਾਉਂਦੇ ਨੇ ਤੇ ਅਖੀਰ ਜਦੋਂ ਦੁੱਖਾਂ ਦੇ ਨਾਲ ਲੜਦਿਆਂ ਦਾ ਜੀਵਨ ਬਤੀਤ ਹੋ ਜਾਂਦਾ ਹੈ, ਸਵਾਸ ਤਿਆਗ ਜਾਂਦੇ ਨੇ, ਫਿਰ ਜਮਾਂ ਦੀ ਪੁਰੀ ਨੂੰ ਜਾਂਦੇ ਨੇ। ਇਤੋਂ ਤੱਕ ਅੱਜ ਦੀ ਕਥਾ ਵਿਚਾਰ ਆਈ ਹੈ। ਆਉਣ ਵਾਲਾ ਗੁਰ ਇਤਿਹਾਸ ਕੱਲ ਦੀਆਂ ਕਥਾ ਵਿਚਾਰਾਂ ਵਿੱਚ ਵਿਚਾਰਾਂਗੇ ਕਿਸ ਪ੍ਰਕਾਰ ਮੁੱਲਾਂ ਨੂੰ ਮਹਾਰਾਜ ਉਪਦੇਸ਼ ਦੇ ਕਰਕੇ ਨਿਹਾਲ ਕਰਨਗੇ। ਇੱਥੇ ਹੀ ਅੱਜ ਦੀ ਸਮਾਪਤੀ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣਾ।
ਗੁਰੂ ਕਾ ਇਤਿਹਾਸ ਸ਼ਬਦ ਜਾਣ ਕੇ ਹਿਰਦੇ ਵਿੱਚ ਵਸਾਉਣਾ, ਤਾਂ ਜੋ ਲੋਕ ਪਰਲੋਕ ਸਬਰ ਸਕੇ। ਆਓ ਆਨੰਦ ਸਾਹਿਬ ਦੀ ਗੁਰਬਾਣੀ ਦੇ ਨਾਲ ਜੁੜੀਏ, ਸਮਾਪਤੀ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ। ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆ ਸਬਦ ਗਾਵਣ ਆਈਆ। ਸਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਹੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸੱਚੇ ਸਾਹਿਬਾ ਗਿਆਨਾ ਹੀ ਕਰ ਤੇਰਾ। ਕਰਤਾ ਤੇਰਾ ਸਭ ਕਿਛ ਹੈ, ਜਿਸ ਤੇ ਸੋ ਪਾਵੈ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਗਿਆਨਾ ਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਕੀਤਾ ਗੁਰ ਵਿਟਹੁ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਨਹੁ ਸੰਤੋ ਸਬਦ ਤਰਹੁ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਧਾਰਿਆ, ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ। ਆਨੰਦ ਸੁਨਹੁ ਬੜ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ। ਚੰਗਿਆਈਆ ਬੁਰਿਆਈਆ ਵਾਜੈ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ